ਪਿਆਰੇ ਬੱਚਿਓ, ਅੱਜ ਅਸੀਂ ਤੁਹਾਡੀ ਪੰਜਾਬੀ ਦੀ ਪਾਠ ਪੁਸਤਕ 5 ਦੇ ਵਿੱਚੋਂ ਪਾਠ 9 ਜੇ ਬਾਲਣ ਮੁੱਕ ਜਾਵੇ ਪੜਾਂਗੇ। ਆਓ ਪੜ੍ਹਦੇ ਹਾਂ। ਬਾਬੂ ਸਰਨਦਾਸ ਹਰ ਰੋਜ਼ ਰਾਤੀ ਜਦੋਂ ਰੋਟੀ ਖਾ ਕੇ ਲੇਟਦੇ ਤਾਂ ਉਹਨਾਂ ਦੇ ਦੋਵੇਂ ਬੱਚੇ ਰਜਨੀ ਅਤੇ ਵਰਿੰਦਰ ਮੰਜੇ ਉੱਤੇ ਆ ਬੈਠਦੇ। ਉਹਨਾਂ ਦੀ ਇੱਕੋ ਮੰਗ ਹੁੰਦੀ, ਪਿਤਾ ਜੀ ਕਹਾਣੀ ਸੁਣਾਓ। ਉਹ ਬਹੁਤ ਟਾਲਦੇ ਪਰ ਬੱਚੇ ਖਹਿੜਾ ਨਾ ਛੱਡਦੇ। ਅੱਜ ਵੀ ਜਦੋਂ ਬੱਚੇ ਜਿੱਦ ਕਰਨ ਲੱਗੇ ਤਾਂ ਉਹਨਾਂ ਨੇ ਕਹਾਣੀ ਸ਼ੁਰੂ ਕਰ ਦਿੱਤੀ। ਇੱਕ ਪਿੰਡ ਵਿੱਚ ਇੱਕ ਬੁੱਢੀ ਰਹਿੰਦੀ ਸੀ। ਕਹਿੰਦੇ ਹਨ ਕਿ ਉਹ ਜੋ ਵੀ ਮੂੰਹੋਂ ਬੋਲਦੀ ਸੱਚ ਹੋ ਜਾਂਦਾ ਸੀ। ਇੱਕ ਵਾਰੀ ਇੱਕ ਸ਼ਹਿਰੀ ਬੰਦਾ ਉਸ ਦੇ ਘਰ ਆਇਆ। ਉਸ ਨੇ ਬੁੱਢੀ ਨੂੰ ਕਿਹਾ, ਮਾਤਾ ਜੀ, ਤੁਹਾਡੇ ਚੁੱਲ੍ਹੇ ਵਿੱਚ ਅੱਗ ਹੈ? ਬੁੱਢੀ ਨੇ ਪੁੱਛਿਆ, ਕੀ ਕਰਨੀ ਹੈ? ਸ਼ਹਿਰੀ ਬੰਦੇ ਨੇ ਕਿਹਾ, ਛੱਲੀਆਂ ਭੁੰਨਣੀਆਂ ਹਨ। ਬੁੱਢੀ ਬੋਲੀ, ਪਰ ਜੇ ਅੱਗ ਨਾ ਹੋਵੇ? ਸ਼ਹਿਰੀ ਬੰਦੇ ਨੇ ਕਿਹਾ, ਮੈਂ ਕਿਸੇ ਹੋਰ ਘਰੋਂ ਲੈ ਲਵਾਂਗਾ। ਪਰ ਜੇ ਤੈਨੂੰ ਕਿਧਰੇ ਵੀ ਅੱਗ ਨਾ ਮਿਲੇ? ਉਸ ਬੁੱਢੀ ਨੇ ਕਿਹਾ। ਸ਼ਹਿਰੀ ਬੰਦਾ ਹੈਰਾਨ ਹੋ ਕੇ ਬੋਲਿਆ, ਇਹ ਕਿਵੇਂ ਹੋ ਸਕਦਾ ਹੈ? ਹੋ ਤਾਂ ਪੁੱਤਰ ਸਭ ਕੁਝ ਸਕਦਾ ਹੈ। ਇਹ ਵੀ ਹੋ ਸਕਦਾ ਹੈ ਕਿ ਲੋਕਾਂ ਦੇ ਘਰੀਂ ਅੱਜ ਬਾਲਣ ਹੀ ਨਾ ਹੋਵੇ, ਫੇਰ ਅੱਗ ਕਿਵੇਂ ਮਚੇਗੀ? ਪਰ ਬਾਲਣ ਕਿੰਜ ਨਾ ਹੋਵੇ? ਕਦੇ ਬਾਲਣ ਵੀ ਮੁੱਕ ਸਕਦਾ ਏ। ਦੁਨੀਆ ਵਿੱਚੋਂ ਕਿਹੋ ਜਿਹੀਆਂ ਗੱਲਾਂ ਕਰਨੀ ਏ ਮਾਈ। ਬੁੱਢੀ ਮਾਈ ਮੁਸਕਰਾ ਪਈ। ਆਪਣੀ ਡੰਗੋਰੀ ਉਤਾਂਹ ਚੁੱਕੀ ਉਹ ਬੋਲੀ, ਜਾ, ਅਗਲੇ 24 ਘੰਟੇ ਤੈਨੂੰ ਕਿਧਰੇ ਵੀ ਬਾਲਣ ਨਹੀਂ ਮਿਲੇਗਾ। ਬੁੱਢੀ ਦੇ ਬੋਲ ਤਾਂ ਪੂਰੇ ਹੁੰਦੇ ਹੀ ਸਨ, ਪਰ ਸ਼ਹਿਰੀ ਬੰਦੇ ਨੂੰ ਵਿਸ਼ਵਾਸ ਨਾ ਆਇਆ। ਉਸਨੇ ਸੋਚਿਆ, ਬੁੱਢੀ ਝੱਲੀ ਹੋ ਗਈ ਹੈ। ਉਹ ਅੱਗ ਲੈਣ ਅਗਲੇ ਘਰ ਚਲਾ ਗਿਆ, ਪਰ ਉਸਨੇ ਵੇਖਿਆ ਕਿ ਉਸ ਘਰ ਵਿੱਚ ਬਾਲਣ ਮੁੱਕਿਆ ਹੋਇਆ ਸੀ। ਸ਼ਹਿਰੀ ਬੰਦਾ ਉਸ ਪਿੱਛੋਂ ਘਰ ਘਰ ਫਿਰਿਆ, ਪਰ ਸਾਰੇ ਲੋਕ ਹੀ ਬਾਲਣ ਮੁੱਕਣ ਦੀ ਸ਼ਿਕਾਇਤ ਕਰ ਰਹੇ ਸਨ। ਕਿਸੇ ਦੇ ਘਰ ਚਾਹ ਪਾਣੀ ਵੀ ਨਹੀਂ ਸੀ ਬਣਿਆ, ਰੋਟੀ ਨਹੀਂ ਸੀ ਪੱਕੀ। ਭੁੱਖੇ ਨਿਆਣੇ ਵਿਹੜਿਆਂ ਵਿੱਚ ਵਿਲਕਦੇ ਫਿਰਦੇ ਸਨ। ਤਦ ਸ਼ਹਿਰੀ ਬੰਦੇ ਨੂੰ ਵਿਸ਼ਵਾਸ ਹੋ ਗਿਆ ਕਿ ਉਸ ਬੁੱਢੀ ਦੇ ਬੋਲ ਸੱਚਮੁੱਚ ਪੂਰੇ ਹੋ ਗਏ ਨੇ। ਫਿਰ ਉਸਨੇ ਸੋਚਿਆ, ਹੋ ਸਕਦਾ ਹੈ ਬਾਲਣ ਇਸ ਪਿੰਡ ਵਿੱਚ ਹੀ ਮੁੱਕਿਆ ਹੋਵੇ। ਸ਼ਹਿਰ ਚੱਲਦੇ ਹਾਂ, ਉੱਥੇ ਤਾਂ ਬਾਲਣ ਦੀ ਥਾਂ ਕੋਲਾ, ਮਿੱਟੀ ਦਾ ਤੇਲ, ਗੈਸ ਤੇ ਬਿਜਲੀ ਵਰਤੀ ਜਾਂਦੀ ਹੈ। ਉਹ ਜਦੋਂ ਪਿੰਡੋਂ ਬਾਹਰ ਆਇਆ ਤਾਂ ਸੜਕ ਉੱਤੇ ਇੱਕ ਬੱਸ ਖਲੋਤੀ ਸੀ। ਉਸਦੇ ਆਲੇ ਦੁਆਲੇ 40-50 ਬੰਦੇ ਇਕੱਠੇ ਹੋਏ ਖੜੇ ਸਨ। ਸ਼ਹਿਰੀ ਨੇ ਸੋਚਿਆ, ਇਹ ਵੀ ਚੰਗਾ ਹੋਇਆ, ਉਹ ਬੱਸ ਉੱਤੇ ਛੇਤੀ ਹੀ ਸ਼ਹਿਰ ਪਹੁੰਚ ਜਾਏਗਾ। ਬੱਸ ਦੇ ਕੋਲ ਆਇਆ ਤਾਂ ਪਤਾ ਲੱਗਿਆ ਕਿ ਉਹ ਖਰਾਬ ਹੈ। ਉਸਨੇ ਭੀੜ ਵਿੱਚ ਘਿਰੇ ਹੋਏ ਬੱਸ ਦੇ ਡਰਾਈਵਰ ਨੂੰ ਪੁੱਛਿਆ, ਕੀ ਖਰਾਬੀ ਹੋ ਗਈ ਭਰਾਵਾ? ਡਰਾਈਵਰ ਨੇ ਜਵਾਬ ਦਿੱਤਾ, ਜੀ ਬਾਲਣ ਮੁੱਕ ਗਿਆ ਏ। ਬਾਲਣ ਮੁੱਕ ਗਿਆ? ਕੀ ਬੱਸ ਬਾਲਣ ਨਾਲ ਚੱਲਦੀ ਹੈ? ਹੋਰ ਕੀ, ਪੈਟਰੋਲ ਤੇ ਡੀਜ਼ਲ ਵੀ ਤਾਂ ਬਾਲਣ ਹੀ ਹੁੰਦੇ ਹੈ ਜੀ। ਹੁਣ ਬੱਸ ਨਹੀਂ ਚੱਲ ਸਕਦੀ। ਬਾਲਣ ਤੋਂ ਬਿਨਾਂ ਰੋਟੀ ਪੱਕ ਸਕਦੀ ਹੈ ਬਾਬੂ ਜੀ? ਨਹੀਂ, ਫਿਰ ਇਹ ਬੱਸ ਕਿਵੇਂ ਤੁਰ ਪਏਗੀ? ਸ਼ਹਿਰ ਉੱਥੋਂ 4 ਕਿਲੋਮੀਟਰ ਦੂਰ ਸੀ। ਸ਼ਹਿਰੀ ਬੰਦਾ ਬੜੀ ਮੁਸ਼ਕਿਲ ਵਿੱਚ ਫਸ ਗਿਆ, ਪਰ ਥੋੜੀ ਦੂਰ ਆ ਕੇ ਉਸਨੇ ਵੇਖਿਆ ਇੱਕ ਬੰਦਾ ਮੋਟਰਸਾਈਕਲ ਲਈ ਖੜੋਤਾ ਸੀ। ਸ਼ਹਿਰੀ ਨੇ ਸੋਚਿਆ ਉਹ ਉਸਦੇ ਨਾਲ ਬੈਠ ਕੇ ਚਲਾ ਜਾਏਗਾ, ਪਰ ਜਦੋਂ ਉਸ ਦੇ ਕੋਲ ਆ ਕੇ ਪੁੱਛਿਆ ਤਾਂ ਉਸਨੇ ਵੀ ਬੱਸ ਡਰਾਈਵਰ ਵਾਲਾ ਉੱਤਰ ਦਿੱਤਾ, ਪੈਟਰੋਲ ਮੁੱਕ ਗਿਆ ਏ। ਇਹ ਕਮਾਲ ਦੀ ਗੱਲ ਹੈ, ਸ਼ਹਿਰੀ ਬੰਦੇ ਨੇ ਹੈਰਾਨੀ ਤੇ ਥਕਾਵਟ ਨਾਲ ਕਿਹਾ। ਇੰਜ ਤਾਂ ਸਾਰੇ ਕਾਰੋਬਾਰ ਰੁਕ ਜਾਣਗੇ। ਉਹ ਬੰਦਾ ਬੜੀ ਮੁਸ਼ਕਲ ਨਾਲ ਪੈਦਲ ਤੁਰ ਕੇ ਸ਼ਹਿਰ ਪਹੁੰਚਿਆ। ਸ਼ਹਿਰ ਦੇ ਬਾਜ਼ਾਰ ਵਿੱਚ ਉਸਨੇ ਵੇਖਿਆ ਕਿ ਦੁਕਾਨਦਾਰ ਅਖਬਾਰਾਂ, ਪਰਨਿਆਂ ਤੇ ਪੱਖੀਆਂ ਨਾਲ ਹਵਾ ਚੱਲ ਰਹੇ ਸਨ। ਜਦੋਂ ਉਹ ਆਪਣੇ ਘਰ ਪੁੱਜਿਆ ਤਾਂ ਪਤਾ ਲੱਗਿਆ ਕਿ ਬਿਜਲੀ ਬੰਦ ਹੈ। ਕੁਝ ਖਿੱਚ ਕੇ ਉਸਨੇ ਆਪਣੇ ਵੱਡੇ ਮੁੰਡੇ ਕੋਲੋਂ ਪੁੱਛਿਆ, ਬਿਜਲੀ ਨੂੰ ਕੀ ਗੋਲੀ ਵੱਜ ਗਈ ਹੈ ਅੱਜ? ਜਿਹੜੇ ਥਰਮਲ ਪਲਾਂਟ ਤੋਂ ਬਿਜਲੀ ਆਉਂਦੀ ਹੈ, ਉੱਥੇ ਕੋਲਾ ਮੁੱਕ ਗਿਆ ਏ।
ਇਹ ਬਾਲਣ ਮੁੱਕਣ ਵਾਲੀ ਚੰਗੀ ਮੁਸੀਬਤ ਹੈ। ਹਰ ਥਾਂ ਬਾਲਣ ਮੁੱਕ ਗਿਆ ਏ। ਉਸ ਵੇਲੇ ਸ਼ਹਿਰੀ ਬੰਦੇ ਦਾ ਛੋਟਾ ਪੁੱਤਰ ਬੈਗ ਚੁੱਕੀ ਅੰਦਰ ਆਇਆ। ਉਸਨੇ ਦੱਸਿਆ ਕਿ ਉਹ ਦਿੱਲੀ ਜਾ ਰਿਹਾ ਸੀ, ਪਰ ਗੱਡੀ ਹੀ ਨਹੀਂ ਆ ਰਹੀ। ਕਹਿੰਦੇ ਨੇ ਪਿਛਲੇ ਸਟੇਸ਼ਨ ਉੱਤੇ ਖਲੋਤੀ ਏ, ਬਾਲਣ ਮੁੱਕ ਗਿਆ ਏ। ਸ਼ਹਿਰੀ ਬੰਦੇ ਨੂੰ ਕੁਝ ਡਰ ਜਾ ਲੱਗਿਆ। ਉਸਨੇ ਫਿਕਰਮੰਦ ਹੋ ਕੇ ਕਿਹਾ, ਜੇ ਤੂੰ ਦਿੱਲੀ ਕੱਲ ਤੱਕ ਨਾ ਪਹੁੰਚ ਸਕਿਆ ਤਾਂ ਆਪਣਾ ਹਜ਼ਾਰਾਂ ਰੁਪਏ ਦਾ ਨੁਕਸਾਨ ਹੋ ਜਾਏਗਾ। ਟੈਲੀਫੋਨ ਕਰਕੇ ਪਤਾ ਕਰ, ਜੇਕਰ ਕੋਈ ਹਵਾਈ ਜਹਾਜ਼ ਜਾਂਦਾ ਹੋਵੇ ਤਾਂ। ਮੁੰਡੇ ਨੇ ਟੈਲੀਫੋਨ ਚੁੱਕਿਆ ਤਾਂ ਪਤਾ ਲੱਗਿਆ ਕਿ ਬਾਲਣ ਮੁੱਕ ਜਾਣ ਕਰਕੇ ਕੋਈ ਵੀ ਜਹਾਜ਼ ਨਹੀਂ ਉੱਡ ਰਿਹਾ। ਕੁਝ ਚਿਰ ਪਿੱਛੋਂ ਰਾਤ ਪੈ ਗਈ। ਸਾਰੇ ਘਰਾਂ ਵਿੱਚ ਘੁੱਪ ਹਨੇਰਾ ਹੋ ਗਿਆ। ਕਿਸੇ ਦੇ ਵੀ ਘਰ ਚੁੱਲ੍ਹਾ ਨਾ ਬਲਣ ਕਰਕੇ ਰੋਟੀ ਨਹੀਂ ਸੀ ਪੱਕੀ। ਬੱਚੇ ਭੁੱਖੇ ਰੋ ਰਹੇ ਸਨ। ਗਰਮੀ ਵਿੱਚ ਕਮਰਿਆਂ ਦੇ ਅੰਦਰ ਸੌਣ ਵਾਲੇ ਲੋਕ ਪੱਖੇ ਨਾ ਚੱਲਣ ਕਰਕੇ ਮੁੜਕੋ ਮੁੜਕੀ ਹੋਏ ਸਨ। ਉਹ ਸ਼ਹਿਰੀ ਬੰਦਾ ਸੋਚ ਰਿਹਾ ਸੀ ਕਿ ਜੇ ਪੂਰੀ 24 ਘੰਟੇ ਇਵੇਂ ਰਿਹਾ ਤਾਂ ਲੋਕਾਂ ਦਾ ਕੀ ਹਾਲ ਹੋਵੇਗਾ। ਸ਼ਹਿਰੀ ਬੰਦੇ ਨੇ ਘਬਰਾ ਕੇ ਹੱਥ ਜੋੜਦਿਆਂ ਕਿਹਾ, ਹੇ ਮਾਈ ਬੁੱਢੀ, ਜੇ ਤੇਰੇ ਕਹਿਣ ਨਾਲ ਹੀ ਦੁਨੀਆ ਵਿੱਚ ਬਾਲਣ ਮੁੱਕਿਆ ਏ ਤਾਂ ਮਿਹਰ ਕਰ। ਮੈਥੋਂ ਇਹ ਭੈੜੀ ਹਾਲਤ ਹੋਰ ਨਹੀਂ ਦੇਖੀ ਜਾਂਦੀ। ਉਸਦੇ ਕਹਿਣ ਦੀ ਢਿੱਲ ਸੀ ਕਿ ਉਸੇ ਵੇਲੇ ਬਿਜਲੀ ਆ ਗਈ। ਇੱਕਦਮ ਜਿਵੇਂ ਲੋਕਾਂ ਦੇ ਤਨ ਮਨ ਖਿੜ ਗਏ। ਬੱਚੇ ਖੁਸ਼ੀ ਨਾਲ ਕਿਲਕਾਰੀਆਂ ਮਾਰਨ ਲੱਗੇ। ਸੁਆਣੀਆਂ ਰੋਟੀ ਪਕਾਉਣ ਲੱਗ ਪਈਆਂ। ਪੱਖੇ ਹਵਾ ਦੇਣ ਲੱਗ ਪਏ। ਇੰਜ ਲੱਗਦਾ ਸੀ ਜਿਵੇਂ ਸਾਰਾ ਸ਼ਹਿਰ ਹੀ ਗੂੜੀ ਨੀਂਦ ਪਿੱਛੋਂ ਜਾਗ ਪਿਆ ਹੋਵੇ। ਐਨੀ ਕਹਾਣੀ ਸੁਣ ਕੇ ਪਿਤਾ ਜੀ ਚੁੱਪ ਕਰ ਗਏ। ਬਸ ਬਾਤ ਮੁੱਕ ਗਈ ਪਿਤਾ ਜੀ, ਰਜਨੀ ਨੇ ਪੁੱਛਿਆ। ਤੇ ਹੋਰ ਕੀ, ਚੰਗੀ ਲੱਗੀ ਏ? ਬਾਬੂ ਸਰਨਦਾਸ ਨੇ ਕਿਹਾ। ਚੰਗੀ ਤਾਂ ਲੱਗੀ ਏ, ਪਰ ਕੀ ਇਹ ਸੱਚੀ ਗੱਲ ਏ ਬਾਬੂ ਜੀ? ਵਰਿੰਦਰ ਨੇ ਕਿਹਾ। ਸੱਚੀ ਬਿਲਕੁਲ ਨਹੀਂ, ਮੈਂ ਇਹ ਸਾਰੀ ਮਨੋਂ ਜੋੜੀ ਏ। ਪਰ ਤੁਸੀਂ ਸੋਚ ਕੇ ਵੇਖੋ ਕਿ ਜੇ ਕਿਧਰੇ ਇਸ ਤਰ੍ਹਾਂ ਬਾਲਣ ਮੁੱਕ ਜਾਵੇ ਤਾਂ ਕੀ ਬਣੇ? ਬਾਬੂ ਸਰਨਦਾਸ ਨੇ ਕਿਹਾ। ਦੋਵੇਂ ਬੱਚੇ ਚੁੱਪ ਹੋ ਗਏ। ਉਹ ਗੰਭੀਰਤਾ ਨਾਲ ਸੋਚ ਰਹੇ ਸਨ ਕਿ ਜੇ ਸੱਚਮੁੱਚ ਹੀ ਬਾਲਣ ਮੁੱਕ ਜਾਏ ਤਾਂ ਲੋਕਾਂ ਦਾ ਕੀ ਹਾਲ ਹੋਵੇ। ਸੋ ਬੱਚੋ, ਅਸੀਂ ਇਹ ਪਾਠ ਪੜ੍ਹਿਆ ਹੈ। ਆਓ ਅਭਿਆਸ ਨਾਲ ਸੰਬੰਧਿਤ ਅਸੀਂ ਕੰਮ ਕਰਦੇ ਹਾਂ। ਸਭ ਤੋਂ ਪਹਿਲਾਂ ਔਖੇ ਸ਼ਬਦਾਂ ਦੇ ਅਰਥ। ਪਹਿਲਾ ਜਿਹੜਾ ਇਹ ਸ਼ਬਦ ਹੈ, ਖਹਿੜਾ ਨਾ ਛੱਡਣਾ। ਖਹਿੜਾ ਨਾ ਛੱਡਣਾ ਦਾ ਮਤਲਬ ਹੁੰਦਾ ਹੈ, ਅਰਥ ਹੁੰਦਾ ਹੈ ਪਿੱਛਾ ਨਾ ਛੱਡਣਾ, ਪਿੱਛੇ ਪੈ ਜਾਣਾ, ਮਗਰੋਂ ਨਾ ਲੈਣਾ। ਡੰਗੋਰੀ ਹੁੰਦਾ ਹੈ ਆਸਰੇ ਲਈ ਛੜੀ, ਸੋਟੀ, ਲਾਠੀ, ਟੋਹਣੀ। ਕਿਲਕਾਰੀਆਂ, ਚੀਕਾਂ, ਜਿਹੜੇ ਬੱਚੇ ਖੁਸ਼ੀ ਦੇ ਵਿੱਚ ਮਾਰਦੇ ਨੇ। ਉਸ ਤੋਂ ਬਾਅਦ ਖਾਲੀ ਸਥਾਨ ਭਰੋ। ਮਾਤਾ ਜੀ, ਤੁਹਾਡੇ ਚੁੱਲ੍ਹੇ ਵਿੱਚ ਅੱਗ ਹੈ? ਬੁੱਢੀ ਮਾਈ ਮੁਸਕਰਾ ਪਈ। ਸ਼ਹਿਰੀ ਬੰਦਾ ਅੱਗ ਲੈਣ ਲਈ ਘਰ ਘਰ ਫਿਰਿਆ। ਸਾਰੇ ਲੋਕ ਬਾਲਣ ਨਾ ਹੋਣ ਦੀ ਸ਼ਿਕਾਇਤ ਕਰ ਰਹੇ ਸਨ। ਪੈਟਰੋਲ ਅਤੇ ਡੀਜ਼ਲ ਵੀ ਤਾਂ ਬਾਲਣ ਹੀ ਹੁੰਦਾ ਹੈ ਜੀ। ਉਸ ਤੋਂ ਬਾਅਦ ਹੈ ਪ੍ਰਸ਼ਨ ਉੱਤਰ। ਸੰਖੇਪ ਵਿੱਚ ਉੱਤਰ ਨੇ। ਸ਼ਹਿਰੀ ਬੰਦੇ ਨੇ ਅੱਗ ਕੀ ਕਰਨੀ ਸੀ? ਸ਼ਹਿਰੀ ਬੰਦੇ ਨੇ ਅੱਗ ਨਾਲ ਛੱਲੀਆਂ ਭੁੰਨਣੀਆਂ ਸੀ। ਦੂਸਰਾ ਪ੍ਰਸ਼ਨ ਹੈ, ਬਾਲਣ ਮੁੱਕਣ ਨਾਲ ਆਵਾਜਾਈ ਦੇ ਕਿਹੜੇ-ਕਿਹੜੇ ਸਾਧਨ ਚੱਲਣੋਂ ਰੁਕ ਗਏ ਸਨ? ਸੋ ਬਾਲਣ ਮੁੱਕਣ ਦੇ ਨਾਲ ਹਵਾਈ ਜਹਾਜ਼, ਬੱਸ, ਮੋਟਰਸਾਈਕਲ, ਰੇਲ ਗੱਡੀ, ਇਹ ਸਾਰੇ ਆਵਾਜਾਈ ਦੇ ਸਾਧਨ ਜਿਹੜੇ ਸੀ ਉਹ ਚੱਲਣੋਂ ਰੁਕ ਗਏ ਸਨ। ਬਿਜਲੀ ਕਿਉਂ ਬੰਦ ਸੀ? ਬਿਜਲੀ ਜਿਸ ਥਰਮਲ ਪਲਾਂਟ ਤੋਂ ਆਉਂਦੀ ਸੀ ਉੱਥੇ ਕੋਲਾ ਮੁੱਕ ਗਿਆ ਸੀ। ਕਹਾਣੀ ਸੁਣਨ ਉਪਰੰਤ ਬੱਚੇ ਕੀ ਸੋਚ ਰਹੇ ਸਨ? ਕਹਾਣੀ ਸੁਣਨ ਤੋਂ ਉਪਰੰਤ ਬੱਚੇ ਸੋਚ ਰਹੇ ਸਨ ਕਿ ਜੇ ਸੱਚਮੁੱਚ ਹੀ ਬਾਲਣ ਮੁੱਕ ਜਾਏ ਤਾਂ ਲੋਕਾਂ ਦਾ ਕੀ ਹਾਲ ਹੋਵੇ। ਅਗਲਾ ਹੈ ਤੀਸਰਾ ਪ੍ਰਸ਼ਨ। ਵਾਕਾਂ ਵਿੱਚ ਵਰਤੋ। ਤੁਸੀਂ ਸੈਂਟੈਂਸ ਬਣਾਉਣੇ ਨੇ। ਸੈਂਟੈਂਸ ਛੋਟੇ ਬਣਾਓ ਭਾਵੇਂ, ਪਰ ਉਹਨਾਂ ਦਾ ਅਰਥ ਸਹੀ ਨਿਕਲਣਾ ਚਾਹੀਦਾ ਹੈ। ਜਿੱਦ। ਜਿੱਦ ਜਿਵੇਂ ਬੱਚੇ ਕਰਦੇ ਨੇ ਕੁਝ ਵੀ ਲੈਣ ਦੇ ਲਈ। ਛੋਟੇ ਬੱਚੇ ਖਿਡੌਣੇ ਲੈਣ ਲਈ ਜਿੱਦ ਕਰਦੇ ਹਨ। ਬਿਲਕਣਾ, ਗਰਮੀ ਨਾਲ ਬੱਚਿਆਂ ਨੇ ਬਿਲਕਣਾ ਸ਼ੁਰੂ ਕਰ ਦਿੱਤਾ। ਮੁਸ਼ਕਲ। ਮੁਸ਼ਕਲ ਹੁੰਦਾ ਹੈ ਔਖਾ। ਇਹ ਸਵਾਲ ਮੁਸ਼ਕਲ ਹੈ। ਥਕਾਵਟ। ਕੰਮ ਕਰਨ ਤੋਂ ਬਾਅਦ ਥਕਾਵਟ ਹੋ ਜਾਂਦੀ ਹੈ।
ਕਿਲਕਾਰੀਆਂ, ਬੱਚੇ ਖੁਸ਼ੀ ਨਾਲ ਕਿਲਕਾਰੀਆਂ ਮਾਰ ਰਹੇ ਸਨ। ਸੋ ਬੱਚਿਓ ਇਸ ਪਾਠ ਦੇ ਵਿੱਚ ਜਿਹੜਾ ਪ੍ਰਸ਼ਨ 4 ਹੈ ਤੇ 5 ਹੈ, ਇਹਨਾਂ ਨੂੰ ਵੀ ਤੁਸੀਂ ਆਪਣੀ ਕਾਪੀਆਂ ਦੇ ਉੱਤੇ ਦੇਖ ਕੇ ਲਿਖਣਾ ਹੈ। ਸੋ ਇਹ ਸਾਰਾ ਕੰਮ ਤੁਸੀਂ ਆਪਣੀ ਕਾਪੀਆਂ ਦੇ ਉੱਤੇ ਸਾਫ਼-ਸਾਫ਼ ਸੁੰਦਰ ਲਿਖਾਈ ਦੇ ਵਿੱਚ ਲਿਖਣਾ ਹੈ। ਧੰਨਵਾਦ।